ਲੇਖਕ ਨਰਿੰਦਰ ਸਿੰਘ ਕਪੂਰ ਦੀ ਲਿਖੀ ਕਿਤਾਬ ਰੌਸ਼ਨੀਆਂ ਵਿੱਚੋਂ ਲਈ ਇੱਕ ਰਚਨਾ ਫੈਸਲੇ ਕਰਨ ਦੀਆਂ ਮੁਸ਼ਕਲਾਂ ਤੁਹਾਡੀ ਨਜ਼ਰ ਕਰ ਰਹੇ ਹਾਂ। ਹਰ ਫੈਸਲੇ ਨਾਲ ਕਈ ਲੋਕ ਪ੍ਰਭਾਵਿਤ ਹੁੰਦੇ ਨੇ, ਜਿਸ ਕਾਰਨ ਕੋਈ ਵੀ ਫੈਸਲਾ ਕਰਨਾ ਸੌਖਾ ਨਹੀਂ ਰਿਹਾ। ਨੋਟਬੰਦੀ ਜਿਹੇ ਫੈਸਲੇ ਨਾਲ ਲੱਖਾਂ ਲੋਕ ਬਰਬਾਦ ਵੀ ਹੁੰਦੇ ਨੇ। ਯੁੱਧ ਦੇ ਫੈਸਲੇ ਨਾਲ ਸੈਂਕੜੇ ਹਜ਼ਾਰਾਂ ਮਰਦੇ ਵੀ ਨੇ। ਕਸ਼ਮੀਰ ਸਮੱਸਿਆ ਵਾਂਗ ਕਈ ਫੈਸਲੇ ਹੁੰਦੇ ਹੀ ਨਹੀਂ, ਜਿਸ ਕਾਰਨ ਸੰਬੰਧਿਤ ਦੇਸ਼ਾਂ ਦੇ ਵਸੀਲੇ ਅਜਾਈ ਜਾਂਦੇ ਰਹਿੰਦੇ ਨੇ। ਵਿਅਕਤੀਗਤ ਪੱਧਰ ਤੇ ਵੀ ਹਰ ਫੈਸਲੇ ਨਾਲ ਸਮਾਂ, ਪੈਸਾ ਅਤੇ ਸ਼ਕਤੀ ਖਰਚ ਹੁੰਦੀ ਹੈ। ਅਸੀਂ ਸੰਪੂਰਨ ਫੈਸਲਾ ਲੱਭਦਿਆਂ ਸੰਭਵ ਫੈਸਲਾ ਵੀ ਨਹੀਂ ਕਰਦੇ, ਜਿਸ ਕਾਰਨ ਕਈ ਵਿਅਕਤੀਆਂ ਦਾ ਵਿਕਾਸ ਰੁਕਿਆ ਰਹਿੰਦਾ ਹੈ। ਜਿਨ੍ਹਾਂ ਦੇ ਜਾਗਣ, ਸੌਣ, ਕੰਮ ਅਤੇ ਆਰਾਮ ਦਾ ਕੋਈ ਨਿਸ਼ਚਿਤ ਸਮਾਂ ਨਹੀਂ ਹੁੰਦਾ, ਉਹਨਾਂ ਦੀ ਕਾਰਗੁਜ਼ਾਰੀ ਨੀਵੀਂ ਹੋਣ ਕਾਰਨ, ਉਹਨਾਂ ਦੇ ਫੈਸਲੇ ਪਛੜੇ ਹੋਏ ਹੋਣ ਕਾਰਨ ਸਥਿਤੀ ਦੇ ਮੇਚ ਨਹੀਂ ਆਉਂਦੇ। ਅਜੋਕੇ ਸੰਸਾਰ ਵਿੱਚ ਘੰਟਿਆਂ ਦਾ ਹੀ ਨਹੀਂ, ਮਿੰਟਾਂ ਅਤੇ ਸਕਿੰਟਾਂ ਦਾ ਵੀ ਮਹੱਤਵ ਹੁੰਦਾ ਹੈ, ਜਿਸ ਕਾਰਨ ਫੈਸਲੇ ਝਟਪਟ ਕਰਨ ਦੀ ਲੋੜ ਪੈਂਦੀ ਹੈ। ਇਸ ਕਾਰਨ ਕਰਕੇ ਹੁਣ ਫੈਸਲਾ ਕਰਨਾ ਇੱਕ ਆਧੁਨਿਕ ਵਿਗਿਆਨ ਬਣ ਗਿਆ ਹੈ, ਜਿਸ ਨੂੰ ਕਾਲਜਾਂ, ਯੂਨੀਵਰਸਿਟੀਆਂ ਵਿੱਚ ਇੱਕ ਵਿਸ਼ੇ ਵਜੋਂ ਪੜ੍ਹਾਇਆ ਤੇ ਪੜ੍ਹਿਆ ਜਾਂਦਾ ਹੈ। ਫੈਸਲਾ ਕਰਨ ਲਈ ਆਰਥਿਕ, ਸਮਾਜਿਕ ਮਸਲਿਆਂ ਦੀ ਸਮਝ, ਮਨੋਵਿਗਿਆਨਕ ਦੀ ਸੋਝੀ ਅਤੇ ਸਮੇਂ ਅਤੇ ਪ੍ਰਬੰਧ ਦੀਆਂ ਤਕਨੀਕਾਂ ਦੇ ਗਿਆਨ ਦੀ ਲੋੜ ਪੈਂਦੀ ਹੈ। ਕੈਲੰਡਰ, ਟਾਈਮ ਟੇਬਲ, ਘੜੀਆਂ ਆਦਿ ਕੋਈ ਫੈਸਲਾ ਕਰਨ ਦੇ ਪੱਖੋਂ ਸਹੂਲਤਾਂ ਦਾ ਕਾਰਜ ਕਰਦੀਆਂ ਨੇ। ਵਿਭਿੰਨ ਸਰੋਤਾਂ ਤੋਂ ਸੂਚਨਾ ਦੇ ਆਧਾਰ ਤੇ ਫੈਸਲਾ ਵਿਉਂਤਿਆ ਜਾਂਦਾ ਹੈ। ਉਸਾਮਾ ਬਿਨ ਲਾਦੇਨ ਦੀ ਰਿਹਾਇਸ਼ ਤੇ ਛਾਪਾ ਮਾਰਨ ਦਾ ਓਬਾਮਾ ਦਾ ਫੈਸਲਾ ਲੰਮੀ, ਵਿਸਤ੍ਰਿਤ, ਕਈ ਮਹੀਨੇ ਦੀ ਬਹੁਪੱਖੀ ਤਿਆਰੀ ਉਪਰੰਤ ਕੀਤਾ ਗਿਆ ਸੀ, ਜਿਸ ਦੇ ਅਸਫਲ ਹੋਣ ਦਾ ਖਤਰਾ ਨਿਰੰਤਰ ਬਣਿਆ ਰਿਹਾ। ਸਧਾਰਨ ਲੋਕਾਂ ਦੇ ਫੈਸਲੇ ਉਹਨਾਂ ਦੇ ਨੇੜਲੇ ਖੇਤਰ ਨਾਲ ਸੰਬੰਧਿਤ ਹੁੰਦੇ ਨੇ, ਜਿਵੇਂ ਵਿਆਹ ਕਰਨਾ ਹੈ, ਰੋਜ਼ਗਾਰ ਦੀ ਚੋਣ ਕਰਨੀ ਹੈ, ਦਾਖਲਾ ਲੈਣਾ ਹੈ, ਮਕਾਨ ਉਸਾਰਨਾ ਹੈ ਅਤੇ ਵਿਦੇਸ਼ ਜਾਣਾ ਹੈ ਆਦਿ। ਹਰੇਕ ਫੈਸਲੇ ਦੇ ਕਈ ਪੜਾਅ ਹੁੰਦੇ ਨੇ, ਜਿਵੇਂ ਵਿਆਹ ਕਰਨ ਲਈ ਵਿਦਿਅਕ ਅਤੇ ਆਰਥਿਕ ਪੱਖੋਂ ਯੋਗ ਹੋਣਾ ਪਏਗਾ। ਵਪਾਰਕ ਫੈਸਲੇ ਕੇਵਲ ਆਪਣੀ ਸੋਚ ਨਾਲ ਹੀ ਨਹੀਂ, ਸਗੋਂ ਹੋਰਾਂ ਤੋਂ ਸਲਾਹ ਲੈ ਕੇ ਕੀਤੇ ਜਾਂਦੇ ਨੇ। ਸਾਨੂੰ ਲੱਗਦਾ ਹੈ ਕਿ ਅਸੀਂ ਸੋਚਦੇ ਹਾਂ, ਪਰ ਸਾਡੇ ਬਹੁਤੇ ਫੈਸਲੇ ਭਾਵੁਕ ਹੋ ਕੇ ਜਾਂ ਨਕਲ ਮਾਰ ਕੇ ਕੀਤੇ ਜਾਂਦੇ ਨੇ। ਜਦੋਂ ਕੋਈ ਦੁਕਾਨ ਖੋਲ੍ਹਣ ਦਾ ਫੈਸਲਾ ਹੋ ਜਾਂਦਾ ਹੈ ਤਾਂ ਨਿਰਣਾ ਕਰਨਾ ਪੈਂਦਾ ਹੈ ਕਿ ਕਿਹੜੀ ਦੁਕਾਨ ਖੋਲ੍ਹਣੀ ਹੈ, ਕਿੱਥੇ ਖੋਲ੍ਹਣੀ ਹੈ, ਪੂੰਜੀ ਕਿਵੇਂ ਜਟਾਉਣੀ ਹੈ, ਕੀ ਢੰਗ ਵਰਤਣਾ ਹੈ, ਕੌਣ ਕਿਹਨਾਂ ਸ਼ਰਤਾਂ ਤੇ ਕੰਮ ਕਰੇਗਾ। ਅਸੀਂ ਅਕਸਰ ਗੁੰਝਲਦਾਰ ਸਮੱਸਿਆਵਾਂ ਅਤੇ ਘਟਨਾਵਾਂ ਨੂੰ ਸਰਲ, ਸਿੱਧੀ ਰੇਖਾ ਵਿੱਚ ਸੋਚਦੇ ਹਾਂ। ਕੁਝ ਹੀ ਹੁੰਦੇ ਨੇ ਜਿਹੜੇ ਆਪ ਸੋਚ ਕੇ ਫੈਸਲਾ ਕਰਦੇ ਨੇ, ਬਹੁਤਿਆਂ ਦੇ ਸੰਬੰਧ ਵਿੱਚ ਹੋਰ ਹੀ ਫੈਸਲੇ ਕਰੀ ਜਾਂਦੇ ਨੇ। ਲੜਕੀਆਂ, ਔਰਤਾਂ ਦੇ ਸੰਬੰਧ ਵਿੱਚ ਮਾਪੇ ਅਤੇ ਪਤੀ ਫੈਸਲੇ ਕਰਦੇ ਨੇ। ਸਾਡੀਆਂ ਅਜੋਕੀਆਂ ਸਥਿਤੀਆਂ ਸਾਡੀਆਂ ਪਹਿਲੀਆਂ ਸਥਿਤੀਆਂ ਦੇ ਸਿੱਟੇ ਹੁੰਦੀਆਂ ਨੇ, ਜਿਨ੍ਹਾਂ ਕਾਰਨ ਫੈਸਲਿਆਂ ਦੀ ਰੂਪਰੇਖਾ ਦਾ ਵੱਡਾ ਭਾਗ ਪਹਿਲਾਂ ਹੀ ਨਿਸ਼ਚਿਤ ਹੋਇਆ ਹੁੰਦਾ ਹੈ। ਫੈਸਲੇ ਅਕਸਰ ਪਹਿਲਾਂ ਕੀਤੇ ਫੈਸਲਿਆਂ ਦੇ ਸੰਦਰਭ ਵਿੱਚ ਹੁੰਦੇ ਨੇ। ਵੇਖਿਆ ਗਿਆ ਹੈ ਕਿ ਮੁੱਖ ਤੌਰ ਤੇ ਫੈਸਲੇ 3 ਪ੍ਰਕਾਰ ਦੇ ਹੁੰਦੇ ਨੇ: ਸਹੀ ਫੈਸਲਾ, ਗਲਤ ਫੈਸਲਾ ਅਤੇ ਤੁਹਾਡਾ ਫੈਸਲਾ। ਫੈਸਲੇ ਦੇ ਕੁਝ ਪੱਖਾਂ ਨੂੰ ਅਸੀਂ ਬਿਲਕੁਲ ਨਹੀਂ ਸਮਝਦੇ, ਬਹੁਤਿਆਂ ਨੂੰ ਅਸੀਂ ਗਲਤ ਸਮਝਦੇ ਹਾਂ, ਜਿਸ ਕਾਰਨ ਫੈਸਲੇ ਗਲਤ ਸਾਬਤ ਹੁੰਦੇ ਨੇ। ਜਿੱਥੇ ਹਾਂ ਨਾ ਦੋਵੇਂ ਪੱਖ ਬਰਾਬਰ ਸ਼ਕਤੀ ਵਾਲੇ ਹੋਣ, ਉੱਥੇ ਕੋਈ ਫੈਸਲਾ ਕੀਤਾ ਜਾਵੇ, ਸਿੱਟਾ ਭਵਿੱਖ ਵਿੱਚ ਪਤਾ ਲੱਗੇਗਾ, ਜਿਹੜਾ ਭੁਗਤਣਾ ਪੈਂਦਾ ਹੈ। ਇੰਗਲੈਂਡ ਦੇ ਪ੍ਰਧਾਨ ਮੰਤਰੀ ਨੇ ਇੰਗਲੈਂਡ ਵਿੱਚ ਇਸ ਮਸਲੇ ਤੇ ਮਰਦਮਸ਼ੁਮਾਰੀ ਕਰਵਾਈ ਕਿ ਇੰਗਲੈਂਡ ਨੂੰ ਯੂਰਪੀਅਨ ਦੇਸ਼ਾਂ ਦੇ ਸੰਘ ਵਿੱਚ ਸ਼ਾਮਲ ਰਹਿਣਾ ਚਾਹੀਦਾ ਹੈ ਕਿ ਵੱਖ ਹੋਣਾ ਚਾਹੀਦਾ ਹੈ। ਉਸ ਨੂੰ ਪੂਰੀ ਆਸ ਸੀ ਕਿ ਇੰਗਲੈਂਡ ਵਾਸੀ ਯੂਰਪ ਦਾ ਭਾਗ ਬਣੇ ਰਹਿਣਾ ਪਸੰਦ ਕਰਨਗੇ, ਪਰ ਲੋਕਾਂ ਦੀ ਬਹੁਗਿਣਤੀ ਨੇ ਵੱਖ ਹੋਣ ਦਾ ਫੈਸਲਾ ਕੀਤਾ, ਜਿਸ ਕਾਰਨ ਪ੍ਰਧਾਨ ਮੰਤਰੀ ਨੂੰ ਅਸਤੀਫਾ ਦੇਣਾ ਪਿਆ। ਵੱਖ ਹੋਣ ਦੇ ਪੱਖ ਵਾਲੇ ਵੱਡੀ ਉਮਰ ਦੇ ਵੋਟਰਾਂ ਨੂੰ ਪਛਤਾਵਾ ਹੋਇਆ ਅਤੇ ਹੁਣ ਇੰਗਲੈਂਡ ਦੇ ਵੱਖ ਹੋਣ ਕਾਰਨ ਇਸ ਦਾ ਵਿਸ਼ਵ ਵਿੱਚ ਮਹੱਤਵ ਗਵਾਚ ਜਾਏਗਾ। ਯੁੱਧ ਵਿੱਚ ਨਕਸ਼ੇ ਵੇਖ ਕੇ ਫੈਸਲੇ ਕੀਤੇ ਜਾਂਦੇ ਨੇ। ਅਰਥ ਸ਼ਾਸਤਰੀ ਅੰਕੜਿਆਂ ਦੇ ਆਧਾਰ ਤੇ ਨਿਰਣੇ ਕਰਦੇ ਨੇ। ਨਕਸ਼ਾ ਤੇ ਯੁੱਧ ਦਾ ਮੈਦਾਨ ਦੋ ਅਸਲੋਂ ਹੀ ਵੱਖਰੀਆਂ ਸਥਿਤੀਆਂ ਹੁੰਦੀਆਂ ਨੇ। ਯੁੱਧ ਵਿੱਚ ਵੀ ਕਈ ਵਾਰ ਭਾਵਕ ਫੈਸਲੇ ਕੀਤੇ ਜਾਂਦੇ ਨੇ। ਦੂਜੇ ਵਿਸ਼ਵ ਯੁੱਧ ਵਿੱਚ ਇੱਕ ਪਰਿਵਾਰ ਦੇ 4 ਪੁੱਤਰ ਫੌਜ ਵਿੱਚ ਸਨ।
3 ਮਾਰੇ ਜਾ ਚੁੱਕੇ ਸਨ। ਜਰਨੈਲ ਨੇ ਪਰਿਵਾਰ ਚੱਲਦਾ ਰੱਖਣ ਵਾਸਤੇ ਚੌਥੇ ਪੁੱਤਰ ਨੂੰ ਮੋਰਚੇ ਤੋਂ ਵਾਪਸ ਬੁਲਾਉਣ ਲਈ 8 ਫੌਜੀ ਭੇਜੇ, ਜਿਨ੍ਹਾਂ ਵਿੱਚੋਂ 3 ਉਸ ਇੱਕ ਨੂੰ ਬਚਾਉਣ ਦੇ ਯਤਨ ਵਿੱਚ ਮਾਰੇ ਗਏ। ਇਹ ਭਾਵੁਕ ਫੈਸਲਾ ਸੀ। ਭਾਵੁਕ ਫੈਸਲਿਆਂ ਦਾ ਮੁਲਾਂਕਣ ਕਰਨਾ ਸੌਖਾ ਨਹੀਂ ਹੁੰਦਾ। ਨਾਵਲ ਪੜ੍ਹਨ ਦੀ ਸ਼ੌਕੀਨ ਇੱਕ ਇਸਤਰੀ ਨੇ ਆਪ ਨਾਵਲ ਲਿਖਣ ਦਾ ਭਾਵੁਕ ਫੈਸਲਾ ਕੀਤਾ। 2 ਪੈਰੇ ਲਿਖ ਕੇ ਹੀ ਉਸਨੇ ਮਹਿਸੂਸ ਕੀਤਾ ਕਿ ਉਸਨੇ ਅਜੇ ਇਤਨੀ ਜ਼ਿੰਦਗੀ ਨਹੀਂ ਜੀਵੀ ਕਿ ਉਹ ਨਾਵਲ ਲਿਖ ਦੇਵੇ। ਨਹੀਂ ਰਹਿੰਦਾ। ਹਰੇਕ ਵਿਅਕਤੀ ਦਾ ਫੈਸਲਾ ਕਰਨ ਦਾ ਢੰਗ, ਸੋਚਣ ਦੀ ਮਿਆਦ ਅਤੇ ਅਪਣਾਈ ਵਿਧੀ ਵੱਖਰੀ ਹੁੰਦੀ ਹੈ। ਕਈ ਕਿਸੇ ਧਾਰਮਿਕ ਪੋਥੀ ਅੱਗੇ ਪਰਚੀਆਂ ਪਾ ਕੇ ਫੈਸਲਾ ਕਰਦੇ ਨੇ, ਕਈ ਕਿਸੇ ਸਿਆਣੇ ਤੋਂ ਫੈਸਲਾ ਕਰਵਾਉਂਦੇ ਨੇ, ਕਈ ਆਪ ਫੈਸਲਾ ਨਹੀਂ ਕਰਦੇ, ਪਤੀ ਜਾਂ ਪਤਨੀ ਨੂੰ ਫੈਸਲਾ ਕਰਨ ਲਈ ਕਹਿੰਦੇ ਨੇ। ਅਨੇਕਾਂ ਲੋਕ ਕਈਆਂ ਨਾਲ ਸਲਾਹ ਕਰਕੇ ਆਪਣਾ ਸੋਚਿਆ ਫੈਸਲਾ ਉਹਨਾਂ ਦਾ ਦੱਸ ਕੇ ਐਲਾਨ ਕਰ ਦਿੰਦੇ ਨੇ। ਕਈ ਸੋਚਦੇ ਰਹਿੰਦੇ ਨੇ, ਸਲਾਹਾਂ ਕਰਦੇ ਰਹਿੰਦੇ ਨੇ, ਰਾਏ ਲੈਂਦੇ ਰਹਿੰਦੇ ਨੇ, ਪਰ ਕਰਦੇ ਗਲਤ ਫੈਸਲਾ ਨੇ। ਕਈ ਗੱਡੀ ਨਿਕਲ ਜਾਣ ਉਪਰੰਤ ਸਟੇਸ਼ਨ ਤੇ ਪਹੁੰਚਦੇ ਨੇ ਅਤੇ ਦੇਰੀ ਹੋਣ ਦਾ ਪਛਤਾਵਾ ਕਰਦੇ ਰਹਿੰਦੇ ਨੇ। ਬਹੁਤੇ ਪੁਰਾਣਾ ਫੈਸਲਾ ਦੁਹਰਾ ਕੇ ਸੌਖੇ ਮਹਿਸੂਸ ਕਰਦੇ ਨੇ। ਵਾਸਤਵ ਵਿੱਚ ਜੇ ਰਿਸ਼ਤਾ, ਕੱਪੜਾ ਜਾਂ ਵਸਤ ਪਸੰਦ ਆ ਜਾਵੇ ਤਾਂ ਕੁਝ ਸਕਿੰਟਾਂ ਵਿੱਚ ਹੀ ਮਨ ਫੈਸਲਾ ਕਰ ਲੈਂਦਾ ਹੈ। ਪਰ ਕਈ ਫੈਸਲਾ ਐਲਾਨਣ ਦੀ ਥਾਂ ਸੋਚ ਵਿਚਾਰ ਕੇ ਫੈਸਲਾ ਕਰਨ ਦੀ ਗੱਲ ਕਰਕੇ ਆਪਣੀ ਲੋੜ ਨਾਲੋਂ ਵਧੇਰੇ ਸਿਆਣੇ ਹੋਣ ਦਾ ਸਬੂਤ ਦਿੰਦੇ ਨੇ ਅਤੇ ਇਤਨੇ ਵਿੱਚ ਦੂਜੀ ਧਿਰ ਹੀ ਇਨਕਾਰ ਕਰ ਦਿੰਦੀ ਹੈ। ਕਈ ਰਿਸ਼ਤੇ ਲਈ ਹਾਂ ਕਹਿ ਦਿੰਦੇ ਨੇ, ਪਰ ਉਹਨਾਂ ਨੂੰ ਆਪਣੇ ਫੈਸਲੇ ਤੇ ਸ਼ੱਕ ਹੋਣ ਲੱਗ ਪੈਂਦਾ ਹੈ। ਰਿਸ਼ਤੇ ਵਿੱਚ ਨੁਕਸ ਦਿਸਣ ਲੱਗ ਪੈਂਦੇ ਨੇ ਅਤੇ ਕਾਹਲੀ ਵਿੱਚ ਬੜਾ ਹਾਸੋਹੀਣਾ ਤਰਕ ਦੇ ਕੇ ਰਿਸ਼ਤਾ ਤੋੜ ਦਿੰਦੇ ਨੇ। ਅਜਿਹਾ ਕਰਨ ਉਪਰੰਤ ਉਹਨਾਂ ਨੂੰ ਪਛਤਾਵਾ ਘੇਰ ਲੈਂਦਾ ਹੈ, ਜਿਸ ਕਾਰਨ ਉਹ ਤੋੜੇ ਰਿਸ਼ਤੇ ਨੂੰ ਮੁੜ ਬਹਾਲ ਕਰਨਾ ਚਾਹੁੰਦੇ ਨੇ, ਪਰ ਸਫਲ ਨਾ ਹੋਣ ਕਾਰਨ ਢਹਿੰਦੀ ਕਲਾ ਦਾ ਸ਼ਿਕਾਰ ਹੋ ਜਾਂਦੇ ਨੇ। ਜਿਨ੍ਹਾਂ ਫੈਸਲਿਆਂ ਨਾਲ ਕੇਵਲ ਮਾਇਕ ਨੁਕਸਾਨ ਹੁੰਦਾ ਹੈ, ਉਹ ਬਰਦਾਸ਼ਤ ਕਰਨੇ ਸੌਖੇ ਹੁੰਦੇ ਨੇ।
ਗਲਤ ਕੋਰਸ ਜਾਂ ਸੰਸਥਾ ਵਿੱਚ ਦਾਖਲਾ, ਗਲਤ ਰੁਜ਼ਗਾਰ ਦੀ ਚੋਣ, ਕਿਸੇ ਬੇਈਮਾਨ ਵਿਅਕਤੀ ਨਾਲ ਭਾਈਵਾਲੀ, ਕਿਸੇ ਦੇ ਝਾਂਸੇ ਵਿੱਚ ਆ ਕੇ ਕੋਈ ਜਾਇਦਾਦ ਖਰੀਦਣ ਆਦਿ ਵਿੱਚ ਹੋਣ ਵਾਲਾ ਮਾਇਕ ਨੁਕਸਾਨ ਔਖੇ ਸੌਖੇ ਬਰਦਾਸ਼ਤ ਹੋ ਜਾਂਦਾ ਹੈ। ਪਰ ਤਲਾਕ ਲੈਣਾ ਦੇਣਾ, ਦੂਜਾ ਵਿਆਹ ਕਰਨਾ, ਨਾਜਾਇਜ਼ ਸੰਬੰਧ ਬਣਾਉਣਾ, ਧੋਖੇਧੜੀ ਕਾਰਨ ਬਰਖਾਸਤ ਹੋਣਾ, ਪਤੀ ਪਤਨੀ ਵੱਲੋਂ ਇੱਕ ਦੂਜੇ ਦਾ ਕਤਲ ਕਰਵਾਉਣਾ, ਕਿਸੇ ਨਾਲ ਦੌੜ ਜਾਣਾ, ਅਜਿਹੇ ਫੈਸਲੇ ਸਾਰਾ ਜੀਵਨ ਅਸਰ ਪਾਉਣ ਵਾਲੀਆਂ ਵੱਡੀਆਂ ਗਲਤੀਆਂ ਸਾਬਤ ਹੁੰਦੀਆਂ ਨੇ। ਇੱਕ ਵਿਅਕਤੀ ਨੇ ਆਪਣੀ ਲੜਾਕੀ ਪਤਨੀ ਦਾ ਆਪਣੇ 3 ਭਰਾਵਾਂ ਨਾਲ ਰਲ ਕੇ ਕਤਲ ਕਰ ਦਿੱਤਾ ਅਤੇ ਇਵੇਂ 4 ਪਰਿਵਾਰ ਬਰਬਾਦ ਹੋ ਗਏ। ਪਰ ਕਿਸੇ ਨੇ ਉਸ ਪਤਨੀ ਤੋਂ ਤਲਾਕ ਰਾਹੀਂ ਖਹਿੜਾ ਛੁਡਾਉਣ ਬਾਰੇ ਨਾ ਸੋਚਿਆ। ਸਾਰੇ ਉਸ ਨੂੰ ਸਬਕ ਸਿਖਾਉਣ ਦੀਆਂ ਹੀ ਵਿਉਂਤਾਂ ਬਣਾਉਂਦੇ ਰਹੇ। ਇੱਕ ਅਮੀਰ ਇਸਤਰੀ ਨੇ ਕੇਵਲ ਸ਼ੱਕ ਦੇ ਆਧਾਰ 'ਤੇ ਆਪਣੇ ਪ੍ਰਸਿੱਧ ਪਤੀ ਨੂੰ ਭਾੜੇ ਦੇ ਵਿਅਕਤੀਆਂ ਤੋਂ 20 ਲੱਖ ਦਾ ਸੌਦਾ ਕਰਕੇ ਕਤਲ ਕਰਵਾਉਣ ਦਾ ਫੈਸਲਾ ਕੀਤਾ ਅਤੇ 10 ਲੱਖ ਰੁਪਏ ਪੇਸ਼ਗੀ ਦੇ ਕੇ ਬਾਕੀ ਮਗਰੋਂ ਦੇਣ ਦਾ ਵਾਅਦਾ ਕੀਤਾ। ਕਤਲ ਕਰਨ ਵਾਲਿਆਂ ਨੇ ਸੋਚਿਆ ਮਕਤੂਲ ਦੇ ਪ੍ਰਸਿੱਧ ਹੋਣ ਕਾਰਨ ਉਹਨਾਂ ਦਾ ਪਕੜੇ ਜਾਣਾ ਪੱਕਾ ਸੀ, ਸਜ਼ਾ ਵੀ ਹੋਏਗੀ, ਪਰਿਵਾਰ ਵੀ ਰੁਲ ਜਾਣਗੇ। ਉਹਨਾਂ ਦੀ ਲੋੜ 10 ਲੱਖ ਨਾਲ ਪੂਰੀ ਹੋ ਗਈ ਸੀ, ਸੋ ਉਹ ਕਾਰਵਾਈ ਕਰਨ ਨੂੰ ਟਾਲਦੇ ਰਹੇ। ਪਤਨੀ ਨੇ ਵੀ ਸੋਚਿਆ ਕਿ ਉਸ ਦਾ ਨਾਂ ਕਤਲ ਨਾਲ ਜੁੜੇਗਾ, ਮਾਪੇ ਪਰੇਸ਼ਾਨ ਅਤੇ ਬਦਨਾਮ ਹੋਣਗੇ। ਉਸਨੇ ਦਿੱਤੇ ਹੋਏ 10 ਲੱਖ ਬਾਰੇ ਨਾ ਸੋਚਿਆ, ਬਚ ਗਏ 10 ਲੱਖ ਬਾਰੇ ਸੋਚਿਆ ਅਤੇ ਉਸਨੇ ਪਤੀ ਨੂੰ ਕਤਲ ਕਰਵਾਉਣ ਦਾ ਫੈਸਲਾ ਤਿਆਗ ਦਿੱਤਾ। ਸੋਚਣ ਨਾਲ ਭਾਵੇਂ ਠੀਕ ਫੈਸਲਾ ਨਾ ਹੋਵੇ, ਪਰ ਗਲਤ ਫੈਸਲਾ ਟਲ ਜਾਂਦਾ ਹੈ, ਕਿਉਂਕਿ ਸੋਚਣ ਨਾਲ ਗਲਤ ਫੈਸਲੇ ਦੇ ਗਲਤ ਪੱਖ ਦਿਸਣ ਲੱਗ ਪੈਂਦੇ ਨੇ, ਜਿਸ ਕਾਰਨ ਫੈਸਲੇ ਸਿਰੇ ਨਹੀਂ ਚੜ੍ਹਦੇ ਜਾਂ ਸਿਰੇ ਚੜ੍ਹਾਏ ਨਹੀਂ ਜਾਂਦੇ। ਕਈ ਫੈਸਲਿਆਂ ਪਿੱਛੇ ਜ਼ਿੱਦ ਕਾਰਜਸ਼ੀਲ ਹੁੰਦੀ ਹੈ, ਜਿਵੇਂ ਪਰਿਵਾਰ ਦੀ ਅਣਖ, ਡੂੰਘਾ ਘੋਰ ਅਪਮਾਨ ਜਾਂ ਅਨਿਆਈ ਜਾਂ ਘੋਰ ਦੁਰਵਿਵਹਾਰ। ਜੇ ਇਸਤਰੀ ਦੇ ਚਰਿੱਤਰ ਉੱਤੇ ਦੋਸ਼ ਲਾਇਆ ਜਾਵੇ, ਉਹ ਬਦਲਾ ਲੈਣ ਦਾ ਫੈਸਲਾ ਕਰਦੀ ਹੈ। ਸਹੀ ਫੈਸਲਿਆਂ ਸੰਬੰਧੀ ਕੋਈ ਵਿਵਾਦ ਨਹੀਂ ਉਪਜਦਾ। ਮੁੱਢੋਂ ਸੁੱਢੋਂ ਗਲਤ ਫੈਸਲੇ ਕੁੱਲ ਫੈਸਲਿਆਂ ਦਾ ਲਗਭਗ 10% ਹੁੰਦੇ ਨੇ, ਪਰ ਸਮਾਜ ਦੀ ਸਮੁੱਚੀ ਬਣਤਰ ਨੂੰ ਇਹ ਪ੍ਰਭਾਵਿਤ ਕਰਦੇ ਨੇ। ਮਾਪਿਆਂ ਤੋਂ ਬਾਗੀ ਹੋ ਕੇ ਕੀਤੇ ਪਿਆਰ ਵਿਆਹ ਵਾਂਗ ਮਨੁੱਖ ਦਾ ਬਹੁਤਾ ਵਿਹਾਰ ਭਾਵਕ ਅਤੇ ਤਰਕਹੀਣ ਹੁੰਦਾ ਹੈ, ਜਿਸ ਕਾਰਨ ਸਥਿਤੀ ਦਾ ਪੁੱਠਾ ਗੇੜ ਆਰੰਭ ਹੁੰਦਾ ਹੈ। ਪਿਆਰ ਵਿਆਹ ਦੇ 1 ਮਹੀਨੇ ਮਗਰੋਂ ਹੀ ਲੜਕੀ ਨੇ ਸ਼ਿਕਾਇਤ ਕੀਤੀ ਕਿ ਇਹ ਤਾਂ ਹੋਰ ਹੀ ਬੰਦਾ ਨਿਕਲ ਆਇਆ ਹੈ। ਜੋ ਮੈਂ ਸਮਝਿਆ ਸੀ ਅਤੇ ਇਸ ਨੇ ਦੱਸਿਆ ਸੀ, ਇਹ ਤਾਂ ਉਹ ਹੈ ਹੀ ਨਹੀਂ। ਉਹ ਹੈਰਾਨ ਸੀ ਕਿ ਕੋਈ ਇਤਨਾ ਵੀ ਬਦਲ ਸਕਦਾ ਹੈ। ਭਾਵਕਤਾ ਅਧੀਨ ਮਨੁੱਖ ਕੋਈ ਵੀ ਫੈਸਲਾ ਕਰੇ, ਅਜਿਹੇ ਫੈਸਲੇ ਨੇ ਗਲਤ ਹੀ ਸਾਬਤ ਹੋਣਾ ਹੁੰਦਾ ਹੈ। ਜੇ ਬਹੁਤ ਪ੍ਰਸੰਨ ਹੋ ਤਾਂ ਕੋਈ ਫੈਸਲਾ ਨਾ ਕਰੋ, ਜੇ ਬਹੁਤ ਉਦਾਸ ਹੋ ਤਾਂ ਵੀ ਕੋਈ ਫੈਸਲਾ ਨਾ ਕਰੋ, ਕਿਉਂਕਿ ਸਥਿਤੀ ਬਦਲ ਜਾਏਗੀ ਅਤੇ ਫੈਸਲਾ ਲਾਗੂ ਕਰਨਾ ਜਾਂ ਵਾਅਦਾ ਪੂਰਾ ਕਰਨਾ ਮੁਸ਼ਕਿਲ ਹੋਏਗਾ। ਇਸਤਰੀਆਂ ਦੇ ਬਹੁਤੇ ਫੈਸਲੇ ਭਾਵੁਕ ਹੁੰਦੇ ਨੇ ਅਤੇ ਇਸਤਰੀਆਂ ਸੰਬੰਧੀ ਪੁਰਸ਼ਾਂ ਦੇ ਬਹੁਤੇ ਫੈਸਲੇ ਤਰਕਹੀਣ ਹੁੰਦੇ ਨੇ। ਸੋਚਣ ਦੀ ਆਦਤ ਲਗਭਗ 5% ਵਿਅਕਤੀਆਂ ਨੂੰ ਹੀ ਹੁੰਦੀ ਹੈ। ਬਹੁਤੇ ਚਿੰਤਾ ਕਰਨ ਨੂੰ ਸੋਚਣਾ ਸਮਝਦੇ ਨੇ। ਬਹੁਤ ਥੋੜੇ ਲੋਕ ਸੋਚ ਕੇ ਫੈਸਲਾ ਕਰਦੇ ਨੇ। ਵਿਗਿਆਨਿਕ ਸੋਚ ਕਿਸੇ ਦੀ ਹੁੰਦੀ ਹੈ, ਬਾਕੀ ਹੋਰਾਂ ਦੀ ਨਕਲ ਮਾਰ ਕੇ, ਪਰੰਪਰਾ ਪਾਲ ਕੇ ਪੁਰਾਣੇ ਫੈਸਲਿਆਂ ਨੂੰ ਦੁਹਰਾਉਂਦੇ ਹਨ। ਵਿਅਕਤੀਗਤ ਤੌਰ 'ਤੇ ਕਲਪਨਾ ਦੇ ਪੱਖੋਂ ਅਸੀਂ ਪੰਜਾਬੀ ਕਮਜ਼ੋਰ ਹਾਂ, ਭਾਵੁਕਤਾ ਦੇ ਪੱਖੋਂ ਹੀ ਅਸੀਂ ਮਜ਼ਬੂਤ ਹਾਂ, ਪਰ ਭਾਵੁਕਤਾ ਆਪਣੇ ਆਪ ਵਿੱਚ ਕਮਜ਼ੋਰੀ ਹੁੰਦੀ ਹੈ। ਪੰਜਾਬੀ ਪਿੰਡ ਤੋਂ ਸ਼ਹਿਰ ਅਤੇ ਸ਼ਹਿਰ ਤੋਂ ਰਾਜਧਾਨੀ ਜਾਣ ਦੀ ਥਾਂ ਛੋਟੇ ਜਿਹੇ ਪਿੰਡ ਲਲੂਆਣੇ ਤੋਂ ਟੋਰਾਂਟੋ ਪਹੁੰਚ ਜਾਂਦੇ ਨੇ ਅਤੇ ਗਲਤ ਫੈਸਲੇ ਦਾ ਸੰਤਾਪ ਹੰਢਾਉਂਦੇ ਨੇ। ਇੱਕ ਨੇ ਸੋਚਿਆ ਜੇ ਸਫਲ ਨਾ ਹੋਇਆ ਤਾਂ ਪਿਤਾ ਦੇ ਵਪਾਰ ਵਿੱਚ ਲੱਗ ਜਾਵਾਂਗਾ, ਜੇ ਉੱਥੇ ਵੀ ਸਫਲ ਨਾ ਹੋਇਆ ਤਾਂ ਚਾਚੇ ਦੇ ਸਕੂਲ ਵਿੱਚ ਪੜ੍ਹਾਉਣ ਲੱਗ ਜਾਵਾਂਗਾ। ਅਜਿਹੇ ਵਿਅਕਤੀਆਂ ਦੀਆਂ ਕਿਧਰੇ ਵੀ ਸਫਲ ਹੋਣ ਦੀਆਂ ਬਹੁਤੀਆਂ ਸੰਭਾਵਨਾਵਾਂ ਨਹੀਂ ਹੋਣਗੀਆਂ, ਕਿਉਂਕਿ ਇਹ ਕੱਚੇ ਅਤੇ ਗਲਤ ਫੈਸਲੇ ਕਰਦੇ ਨੇ। ਅਨੁਸ਼ਾਸਨ, ਸਮੇਂ ਦੀ ਪਾਬੰਦੀ, ਸਵੱਛ ਵਿਹਾਰ, ਸਵਖਤੇ ਜਾਗਣਾ ਆਦਿ ਅਜਿਹੀਆਂ ਆਦਤਾਂ ਨੇ ਜਿਹੜੀਆਂ ਵਿਅਕਤੀ ਨੂੰ ਹਰ ਥਾਂ ਹੋਰਾਂ ਤੋਂ ਅੱਗੇ ਹੀ ਰੱਖਦੀਆਂ ਨੇ। ਕੁਝ ਵੀ ਭਾਵੇਂ ਫੈਸਲੇ ਅਨੁਸਾਰ ਅਤੇ ਪੂਰੀ ਤਰ੍ਹਾਂ ਚਾਹੇ ਅਨੁਸਾਰ ਨਹੀਂ ਵਾਪਰੇਗਾ, ਪਰ ਇਹਨਾਂ ਗੁਣਾਂ ਅਤੇ ਆਦਤਾਂ ਕਾਰਨ ਤੁਸੀਂ ਡਟੇ ਰਹੋਗੇ ਅਤੇ ਪਛਤਾਵਾ ਨਹੀਂ ਹੋਏਗਾ। ਬੱਚਾ ਗੋਦ ਲੈਣਾ, ਵਾਲ ਰੰਗਣੇ ਬੰਦ ਕਰਨਾ, ਮਕਾਨ ਵੇਚ ਕੇ ਕਿਰਾਏ ਤੇ ਰਹਿਣਾ, ਆਪਣਾ ਘਰ ਤਿਆਗ ਕੇ ਪੁੱਤਰ ਨਾਲ ਰਹਿਣ ਲੱਗ ਪੈਣਾ, ਗੋਡੇ ਬਦਲਵਾਉਣਾ, ਧੀ ਪੁੱਤਰ ਦਾ ਤਲਾਕ ਆਦਿ ਮਹੱਤਵਪੂਰਨ ਫੈਸਲੇ ਹੁੰਦੇ ਨੇ, ਜਿਨ੍ਹਾਂ ਨਾਲ ਰਹਿੰਦੀ ਜ਼ਿੰਦਗੀ ਪ੍ਰਭਾਵਿਤ ਰਹਿੰਦੀ ਹੈ। ਹਰੇਕ ਫੈਸਲੇ ਲਈ ਢੁਕਵਾਂ ਤਰਕ ਉਸਾਰਿਆ ਜਾਂਦਾ ਹੈ।
ਨਿੱਗਰ ਫੈਸਲੇ ਕਦਰਾਂ ਕੀਮਤਾਂ ਦੀ ਸ਼ਕਤੀ ਵਿੱਚੋਂ ਉਪਜਦੇ ਨੇ। ਕਿਸੇ ਨੇ ਪੁੱਛਿਆ, ਬੱਚੇ ਹੋਣ ਨਾਲ ਮਕਾਨ ਪਾਉਣ ਨਾਲ ਕੀ ਫਰਕ ਪਏਗਾ? ਇਹਨਾਂ ਲਈ ਬਹੁਤ ਕੁਝ ਛੱਡਣਾ ਪਏਗਾ, ਪਰ ਮਾਪੇ ਬਣਨ ਦੀ, ਆਪਣੇ ਘਰ ਵਿੱਚ ਰਹਿਣ ਦੀ ਤਸੱਲੀ 'ਚ ਜੋ ਛੱਡਿਆ ਜਾਏਗਾ ਉਹ ਪਰੇਸ਼ਾਨ ਨਹੀਂ ਕਰੇਗਾ। ਜਿਵੇਂ ਸਾਰੀ ਦੁਨੀਆ ਕਰਦੀ ਹੈ ਉਹ ਗਲਤ ਨਹੀਂ ਹੁੰਦਾ। ਵਿਆਹ ਕਰਵਾਉਣ, ਬੱਚੇ ਹੋਣ, ਮਕਾਨ ਪਾਉਣ ਨਾਲ ਵਰਤਮਾਨ ਅਤੇ ਭਵਿੱਖ ਦੇ ਅਰਥ ਹੀ ਬਦਲ ਜਾਣਗੇ। ਬੱਚੇ ਪਾਲਣਾ ਬੜੀ ਥਕਾਵਟੀ ਅਤੇ ਮਹਿੰਗਾ ਕਾਰਜ ਹੈ, ਪਰ ਰਵਾਇਤ ਇਸ ਅਨੁਭਵ ਨੂੰ ਵਡਿਆਉਣ ਦੀ ਹੈ, ਕਿਉਂਕਿ ਇਹ ਜੀਵਨ ਦਾ ਬੁਨਿਆਦੀ ਅਤੇ ਵਿਸ਼ਾਲ ਅਨੁਭਵ ਹੁੰਦਾ ਹੈ। ਕਈ ਫੈਸਲਿਆਂ ਵਿੱਚ ਮਹੱਤਵਪੂਰਨ ਪੱਖ ਲਾਗਤ ਜਾਂ ਥਕਾਵਟ ਨਹੀਂ ਹੁੰਦਾ, ਕਰਤੱਵ ਪਾਲਣ ਹੁੰਦਾ ਹੈ। ਵੱਡੇ ਫੈਸਲੇ ਜਿਵੇਂ ਦੇਸ਼ ਦਾ ਰਾਸ਼ਟਰਪਤੀ ਕੌਣ ਹੋਏਗਾ ਸਾਨੂੰ ਨੇੜਿਓਂ ਪ੍ਰਭਾਵਿਤ ਨਹੀਂ ਕਰਦੇ। ਜਿਹੜੇ ਫੈਸਲੇ ਸਾਨੂੰ ਪ੍ਰਭਾਵਿਤ ਕਰਦੇ ਨੇ ਉਹ ਵੱਡੇ ਭਾਵੇਂ ਨਹੀਂ ਹੁੰਦੇ, ਪਰ ਬੜੇ ਮਹੱਤਵਪੂਰਨ ਹੁੰਦੇ ਨੇ। ਹਰ ਕਿਸੇ ਦੇ ਜੀਵਨ ਵਿੱਚ 3-4 ਮਹੱਤਵਪੂਰਨ ਫੈਸਲੇ ਵੱਡੇ ਮੋੜ ਸਾਬਤ ਹੁੰਦੇ ਨੇ। ਇੱਕ ਪਛੜੇ ਪਿੰਡ ਵਿੱਚ ਇੱਕ ਕਮਰੇ ਵਾਲੇ ਸਕੂਲ ਦੇ ਅਧਿਆਪਕ ਦਾ ਸਕੂਲ ਵਾਂਗ ਹੀ ਅੱਜ ਪਹਿਲਾ ਦਿਨ ਸੀ ਅਤੇ ਪੁੱਛਦਾ ਪੁਛਾਉਂਦਾ ਜਦੋਂ ਉਹ ਅਧਿਆਪਕ ਸਕੂਲ ਪਹੁੰਚਿਆ ਤਾਂ ਵੇਖਿਆ ਬੂਹੇ ਬਾਹਰ ਇੱਕ ਬੱਚਾ ਬੈਠਾ ਸੀ, ਜਿਸਨੇ ਕਿਹਾ, ਜਿੰਦਰਾ ਲੱਗਿਆ ਹੋਇਆ ਹੈ। ਅਧਿਆਪਕ ਨੇ ਜੇਬ ਵਿੱਚੋਂ ਜਦੋਂ ਕੁੰਜੀ ਕੱਢੀ ਤਾਂ ਬੱਚੇ ਦਾ ਉਦਾਸ ਚਿਹਰਾ ਖਿੜ ਉੱਠਿਆ ਅਤੇ ਉਸਨੇ ਕਿਹਾ, ਤੁਸੀਂ ਅਧਿਆਪਕ ਹੋ? ਤੈਨੂੰ ਕਿਵੇਂ ਪਤਾ ਲੱਗਿਆ ਕਿ ਮੈਂ ਅਧਿਆਪਕ ਹਾਂ? ਤੁਹਾਡੇ ਕੋਲ ਕੁੰਜੀ ਜੋ ਹੈ। ਭੋਲੇਪਣ ਵਿੱਚ ਬੱਚੇ ਦੇ ਬੋਲੇ ਇਸ ਸਰਲ ਵਾਕ ਨੇ ਅਧਿਆਪਕ ਦੀ ਕਲਪਨਾ ਨੂੰ ਟੁੰਬਿਆ। ਉਹ ਜਿੱਥੇ ਵੀ ਰਿਹਾ ਉਸਨੇ ਕੁੰਜੀ ਵਾਲੀ ਭੂਮਿਕਾ ਨਿਭਾਈ ਅਤੇ ਇਕੱਲੇ ਨੇ ਹਿਮਾਚਲ ਵਿੱਚ ਸਿੱਖਿਆ ਦੀ ਮੁਹਿੰਮ ਉਸਾਰ ਦਿੱਤੀ। ਜਦੋਂ ਤੱਕ ਅਸੀਂ ਆਪ ਆਪਣੀਆਂ ਮੂਰਖਤਾਵਾਂ ਤੇ ਗਲਤੀਆਂ ਨਾਲ ਆਪਣੇ ਜੀਵਨ ਨੂੰ ਨਹੀਂ ਉਲਝਾਉਂਦੇ, ਇਹ ਸਰਲ ਹੀ ਰਹਿੰਦਾ ਹੈ। ਫੈਸਲਿਆਂ ਨਾਲ ਪਰਿਵਰਤਨ ਵਾਪਰਦਾ ਹੈ। ਪਰਿਵਰਤਨ ਨਾਲ ਮਨ ਦੀ ਸਮਰੱਥਾ, ਪ੍ਰਸੰਨਤਾ ਅਤੇ ਆਮਦਨ ਵਧਦੀ ਹੈ। ਘਰ ਵਿੱਚ ਰੌਣਕ ਆਮਦਨ ਦੀ ਹੁੰਦੀ ਹੈ। ਕੋਈ ਵੀ ਫੈਸਲਾ ਕਰੋਗੇ ਉਸ ਨੂੰ ਲਾਗੂ ਕਰਨ ਵਿੱਚ ਮੁਸ਼ਕਿਲਾਂ ਹੋਣਗੀਆਂ, ਪਰ ਕਦਰਾਂ ਕੀਮਤਾਂ ਵਾਲੀ ਸੋਚ ਅਤੇ ਆਤਮ ਵਿਸ਼ਵਾਸ ਦੀ ਕੁੰਜੀ ਨਾਲ ਸਾਰੇ ਜਿੰਦਰੇ ਖੁੱਲ੍ਹ ਜਾਂਦੇ ਨੇ। ਤੁਸੀਂ ਆਪ ਜਾਗੋ ਤੇ ਹੋਰਾਂ ਨੂੰ ਜਗਾਓ। ਇਹ ਤੁਹਾਡਾ ਜੀਵਨ ਹੈ, ਇਸ ਦੀ ਵਾਗਡੋਰ ਆਪ ਸੰਭਾਲੋ। ਜੀਵਨ ਵਿੱਚ ਮੁਸ਼ਕਿਲਾਂ ਆਉਣਗੀਆਂ, ਹਾਦਸੇ ਵਾਪਰਨਗੇ, ਗਲਤ ਫਹਿਮੀਆਂ ਪੈਣਗੀਆਂ, ਪਰ ਜ਼ਿੰਦਗੀ ਚੱਲਦੀ ਰਹਿੰਦੀ ਹੈ। ਦੂਜੇ ਸਾਡੀਆਂ ਆਸਾਂ ਤੇ ਪੂਰੇ ਨਹੀਂ ਉਤਰਨਗੇ, ਪਰ ਯਤਨ ਜਾਰੀ ਰਹਿਣੇ ਚਾਹੀਦੇ ਨੇ। ਫੈਸਲੇ ਦ੍ਰਿੜਤਾ ਨਾਲ ਕਰਨੇ ਚਾਹੀਦੇ ਨੇ ਅਤੇ ਇਹਨਾਂ ਨੂੰ ਲਾਗੂ ਸੁਹਿਰਦਤਾ ਨਾਲ ਕਰਨਾ ਚਾਹੀਦਾ ਹੈ। ਹੌਲੀ ਹੌਲੀ ਸਫਲ ਫੈਸਲੇ ਕਰਨ ਦੀ ਜਾਚ ਆ ਜਾਵੇਗੀ ਅਤੇ ਸਾਰੇ ਮਗਰਲੇ ਫੈਸਲੇ ਸਹੀ ਸਿੱਧ ਹੋਣ ਲੱਗ ਪੈਣਗੇ।